ਡੀਅਰ ਸਟੂਡੈਂਟਸ, ਅਕਾਊਂਟ ਦੀ ਕਲਾਸ ਦੇ ਵਿੱਚ ਅੱਜ ਸਾਡਾ ਟੌਪਿਕ ਜਿਹੜਾ ਹੈ ਉਹ ਕੈਪੀਟਲ ਅਕਾਊਂਟਸ ਦੇ ਉੱਤੇ +1 ਦੇ ਵਿੱਚ ਜਦੋਂ ਆਪਾਂ ਲੈਜਰ ਅਕਾਊਂਟ ਕੀਤੇ ਸੀਗੇ ਉੱਥੇ ਵੀ ਅਸੀਂ ਇੱਕ ਕੈਪੀਟਲ ਅਕਾਊਂਟ ਬਣਾਉਂਦੇ ਹੁੰਦੇ ਸੀਗੇ ਤੇ ਉਹੀ ਕੈਪੀਟਲ ਅਕਾਊਂਟ ਹੈ। ਤੇ ਜਦੋਂ ਸੋਇਲ ਪ੍ਰੋਪਰਾਈਟਰਸ਼ਿਪ ਹੁੰਦੀ ਹੈ, ਜਦੋਂ ਅਕਾਂਕੀ ਵਪਾਰ ਹੁੰਦਾ, ਇੱਕ ਇਕੱਲਾ ਵਿਅਕਤੀ ਵਪਾਰ ਕਰ ਰਿਹਾ ਹੁੰਦਾ, ਉਦੋਂ ਅਸੀਂ ਇੱਕ ਕੈਪੀਟਲ ਅਕਾਊਂਟ ਬਣਾਉਂਦੇ ਆ ਫਰਮ ਦੇ ਕਿਸੇ ਵੀ ਕੰਪਨੀ ਜਾਂ ਫਰਮ ਦੇ ਲਈ ਜਾਂ ਸੋਇਲ ਟ੍ਰੇਡਰਸ ਦੇ ਲਈ। ਤੇ ਪਾਰਟਨਰਸ਼ਿਪ ਫਰਮ ਦੇ ਵਿੱਚ ਦੇਖੋ, ਪਾਰਟਨਰਸ਼ਿਪ ਦੇ ਵਿੱਚ ਬਹੁਤ ਸਾਰੇ ਪਾਰਟਨਰਸ ਹੁੰਦੇ ਆ ਤੇ ਅਲੱਗ-ਅਲੱਗ ਪਾਰਟਨਰਸ ਦਾ ਕੈਪੀਟਲ ਅਕਾਊਂਟ ਜਿਹੜਾ ਹੈ ਉਹ ਅਲੱਗ-ਅਲੱਗ ਬਣਦਾ ਹੈ, ਕਿਉਂਕਿ ਉਹਦੇ ਵਿੱਚ ਉਹਨਾਂ ਦੀ ਕੈਪੀਟਲ ਦੀ ਡਿਸਟਰੀਬਿਊਸ਼ਨ ਤੇ ਜੋ ਉਹਨਾਂ ਨੂੰ ਰਿਸੀਵ ਹੋ ਰਿਹਾ ਹੈ ਔਰ ਜੋ ਉਹਨਾਂ ਨੂੰ ਪੇ ਹੋ ਰਿਹਾ ਹੈ ਉਹ ਸਾਰੀਆਂ ਟ੍ਰਾਂਜੈਕਸ਼ਨਸ ਅਸੀਂ ਦਿਖਾਉਣੀਆਂ ਹੁੰਦੀਆਂ ਹੈ। ਕੈਪੀਟਲ ਦੇਖੋ, ਜਿਹੜੇ ਸਾਡੇ ਕੈਪੀਟਲ ਅਕਾਊਂਟਸ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਮੇਨ ਫਿਕਸਡ ਕੈਪੀਟਲ ਅਕਾਊਂਟ ਮੈਥਡ ਤੇ ਫਲਕਚੁਏਟਿੰਗ ਕੈਪੀਟਲ ਮੈਥਡ। ਦੇਖੋ, ਜਿਹੜਾ ਤਾਂ ਸਾਡਾ ਫਿਕਸਡ ਕੈਪੀਟਲ, ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਫਿਕਸਡ ਕੈਪੀਟਲ ਮਤਲਬ ਫਿਕਸ, ਜਦੋਂ ਵੀ ਜਿਹੜੀ ਫਰਮ ਹੈ ਉਹਦੀ ਕੈਪੀਟਲ ਫਿਕਸ ਹੁੰਦੀ ਹੈ, ਚੇਂਜ ਨਹੀਂ ਹੁੰਦੀ ਹੈ, ਉਹਨੂੰ ਅਸੀਂ ਫਿਕਸਡ ਕੈਪੀਟਲ ਅਕਾਊਂਟ ਕਹਿੰਦੇ ਹਾਂ। ਤੇ ਜਿਹਦੇ ਵਿੱਚ ਕੈਪੀਟਲ ਜਿਹੜੀ ਹੈ ਫਲਕਚੁਏਟ ਹੁੰਦੀ ਰਹਿੰਦੀ ਹੈ। ਸੈਕਿੰਡ ਹੈ ਸਾਡੇ ਕੋਲ ਫਲਕਚੁਏਟਿੰਗ ਕੈਪੀਟਲ, ਜਦੋਂ ਸਾਡੀ ਕੈਪੀਟਲ ਜਿਹੜੀ ਹੈ ਉਹ ਸੇਮ ਨਹੀਂ ਰਹਿੰਦੀ ਹੈਗੀ, ਚੇਂਜ ਹੁੰਦੀ ਰਹਿੰਦੀ ਹੈ, ਤੇ ਉਸ ਵਿੱਚ ਉਸ ਮੈਥਡ ਨੂੰ ਅਸੀਂ ਫਲਕਚੁਏਟਿੰਗ ਕੈਪੀਟਲ ਮੈਥਡ ਕਹਿੰਦੇ ਹਾਂ ਕਿ ਕੈਪੀਟਲ ਸਾਡੀ ਸੇਮ ਨਹੀਂ ਰਹਿਣੀ ਹੈ। ਸ਼ੁਰੂ ਦੇ ਵਿੱਚ ਸਾਡੀ ਕੈਪੀਟਲ ਕੁਛ ਹੋਰ ਹੋ ਸਕਦੀ ਹੈ, ਐਂਡ ਦੇ ਵਿੱਚ ਹੋਰ ਹੋ ਸਕਦੀ ਹੈ, ਮਿਡ ਦੇ ਵਿੱਚ ਹੋਰ ਹੋ ਸਕਦੀ ਹੈ, ਤੇ ਉਹ ਹੁੰਦੀ ਹੈ ਫਲਕਚੁਏਟ ਕਰਨਾ, ਬਦਲਦੇ ਰਹਿਣਾ। ਪਹਿਲਾਂ ਅਸੀਂ ਫਿਕਸਡ ਕੈਪੀਟਲ ਕਰਦੇ ਹਾਂ। ਦੇਖੋ, ਫਿਕਸਡ ਕੈਪੀਟਲ ਅਕਾਊਂਟ ਮੈਥਡ ਦੇ ਵਿੱਚ ਦੋ ਤਰ੍ਹਾਂ ਦੇ ਅਕਾਊਂਟਸ ਬਣਦੇ ਆ, ਕੈਪੀਟਲ ਅਕਾਊਂਟ ਤੇ ਕਰੰਟ ਅਕਾਊਂਟ। ਕੈਪੀਟਲ ਅਕਾਊਂਟ ਅਲੱਗ ਤੋਂ ਬਣਦਾ ਤੇ ਕਰੰਟ ਅਕਾਊਂਟ ਅਲੱਗ ਤੋਂ ਬਣਦਾ ਹੈ, ਦੋ ਪਰਫੋਰਮੇ ਬਣਦੇ ਆ। ਤੇ ਜਿਹੜਾ ਸਾਡਾ ਕੈਪੀਟਲ ਅਕਾਊਂਟ ਹੁੰਦਾ ਉਹਦੇ ਵਿੱਚ ਸਿਰਫ ਅਸੀਂ ਕੈਪੀਟਲ ਦੀ ਡਿਸਟਰੀਬਿਊਸ਼ਨ ਨੂੰ ਹੀ ਦਿਖਾਉਣਾ ਹੁੰਦਾ ਹੈ ਕਿ ਕਿੰਨੀ ਕੈਪੀਟਲ ਕੋਈ ਪਾਰਟਨਰ ਜਿਹੜਾ ਹੈ ਲੈ ਕੇ ਆਇਆ। ਜਦੋਂ ਅਸੀਂ +1 ਵਿੱਚ ਕੈਪੀਟਲ ਅਕਾਊਂਟ ਬਣਾਉਂਦੇ ਸੀਗੇ ਤਾਂ ਉਹਦੇ ਵਿੱਚ ਅਸੀਂ ਪਰਟੀਕੂਲਰਸ ਜਿਹੜੀ ਅਮਾਊਂਟ ਵਾਲਾ ਕਾਲਮ ਸੀਗਾ ਉਹ ਇੱਕੋ ਹੀ ਬਣਾਉਂਦੇ ਹੁੰਦੇ ਸੀਗੇ, ਬਟ ਪਾਰਟਨਰਸ਼ਿਪ ਫਰਮ ਦੇ ਵਿੱਚ ਜਿੰਨੇ ਪਾਰਟਨਰਸ ਹੁੰਦੇ ਨੇ ਉਹਨਾਂ ਦੇ ਅਲੱਗ-ਅਲੱਗ ਅਮਾਊਂਟ ਦੇ ਕਾਲਮ ਬਣਦੇ ਨੇ। ਇਹਨਾਂ ਨੂੰ ਤੁਸੀਂ ਅਲੱਗ-ਅਲੱਗ ਵੀ ਬਣਾ ਸਕਦੇ ਹੋ, X ਦਾ ਅਲੱਗ ਕੈਪੀਟਲ ਅਕਾਊਂਟ, Y ਦਾ ਅਲੱਗ, Z ਦਾ ਅਲੱਗ, ਪਰ ਇੱਦਾਂ ਅਗਰ ਅਸੀਂ ਇਕੱਠਾ ਬਣਾਉਂਦੇ ਹਾਂ ਤਾਂ ਸਾਡੇ ਟਾਈਮ ਜਿਹੜਾ ਹੈ ਬਚਦਾ ਹੈ, ਕਿਉਂਕਿ ਐਗਜ਼ਾਮ ਦੇ ਵਿੱਚ ਸਾਡੇ ਕੋਲ ਟਾਈਮ ਜਿਹੜਾ ਹੈ ਲਿਮਿਟਿਡ ਹੁੰਦਾ ਹੈ। ਤੇ ਜਿੰਨੀ ਕੈਪੀਟਲ ਪਾਰਟਨਰ ਜਿਹੜਾ ਹੈ ਬਿਜ਼ਨਸ ਦੇ ਵਿੱਚ ਲੈ ਕੇ ਆਉਂਦਾ ਹੈ, ਪਹਿਲਾਂ ਉਹਦੇ ਨਾਲ ਬੈਲੈਂਸ ਨੂੰ ਬਰੋ ਡਾਊਨ ਕੀਤਾ ਜਾਂਦਾ ਹੈ, ਤੇ ਅਗਰ ਸਾਲ ਦੇ ਵਿੱਚ ਕੋਈ ਕੈਪੀਟਲ ਆਉਂਦੀ ਹੈ, ਐਡੀਸ਼ਨਲ ਕੈਪੀਟਲ ਆਉਂਦੀ ਹੈ, ਤਾਂ ਉਹਨੂੰ ਐਡ ਕੀਤਾ ਜਾਂਦਾ ਹੈ। ਅਗਰ ਕੋਈ ਪਾਰਟਨਰ ਕੈਪੀਟਲ ਦੇ ਵਿੱਚੋਂ ਕੁਛ ਹਿੱਸਾ ਕਢਾ ਕੇ ਲੈ ਜਾਂਦਾ ਕਿ ਮੈਂ ਜਿਹੜੀ ਕੈਪੀਟਲ ਹੈ ਉਹ ਕਢਵਾ ਲੈਣੀ ਹੈ, ਵਿਡਰੋ ਕਰਾ ਲੈਣੀ ਹੈ, ਤਾਂ ਉਹ ਅਸੀਂ ਇੱਧਰ ਡੈਬਿਟ ਵਾਲੀ ਸਾਈਡ ਪਾਵਾਂਗੇ, ਤੇ ਜਿੰਨੀ ਵੀ ਕੈਪੀਟਲ ਪਾਰਟਨਰ ਲੈ ਕੇ ਆਇਆ ਹੈ ਉਹਦੇ ਵਿੱਚ ਐਡੀਸ਼ਨਲ ਕੈਪੀਟਲ ਨੂੰ ਐਡ ਕਰ ਦਾਂਗੇ, ਤੇ ਜਿਹੜੀ ਵਿਡਰੋਵਲ ਕੈਪੀਟਲ ਹੈ ਉਹਨੂੰ ਲੈਸ ਕਰ ਦਾਂਗੇ, ਤਾਂ ਸਾਡੇ ਕੋਲ ਬੈਲੈਂਸ ਕੈਰੀ ਡਾਊਨ ਆ ਜਾਏਗਾ, ਐਂਡ ਆਫ ਦੀ ਕੈਪੀਟਲ ਜਿਹੜੀ ਹੈ ਸਾਡੇ ਕੋਲ ਆ ਜਾਏਗੀ। ਹੁਣ ਜਦੋਂ ਕੈਪੀਟਲ ਅਕਾਊਂਟ ਬਣ ਗਿਆ ਫਿਕਸਡ ਕੈਪੀਟਲ ਮੈਥਡ ਦੇ ਵਿੱਚ, ਉਸ ਤੋਂ ਬਾਅਦ ਸਾਡਾ ਨੈਕਸਟ ਕੰਮ ਹੁੰਦਾ ਹੈ ਪਾਰਟਨਰਸ ਕਰੰਟ ਅਕਾਊਂਟ ਨੂੰ ਬਣਾਉਣਾ। ਕਰੰਟ ਅਕਾਊਂਟ ਦੇ ਜਿਹੜੇ ਬੈਲੈਂਸ ਹੈ ਉਹਦੇ ਨਾਲ ਹੀ ਜਿਹੜਾ ਹੈ ਸ਼ੁਰੂ ਕੀਤਾ ਜਾਂਦਾ ਹੈ ਕਰੰਟ ਅਕਾਊਂਟ। ਜ਼ਰੂਰੀ ਨਹੀਂ ਹੈ ਬੈਲੈਂਸ ਜਿਹੜਾ ਹੈ ਉਹ ਡੈਬਿਟ ਆਵੇ ਜਾਂ ਕ੍ਰੈਡਿਟ ਆਵੇ, ਡੈਬਿਟ ਵੀ ਆ ਸਕਦਾ ਹੈ ਤੇ ਕ੍ਰੈਡਿਟ ਵੀ ਆ ਸਕਦਾ ਹੈ। ਜਿਵੇਂ ਕੈਪੀਟਲ ਅਕਾਊਂਟ ਦੇ ਵਿੱਚ ਬੈਲੈਂਸ ਸਿਰਫ ਕ੍ਰੈਡਿਟ ਬੈਲੈਂਸ ਹੀ ਹੁੰਦਾ ਹੈ, ਇੱਦਾਂ ਹੀ ਕਰੰਟ ਅਕਾਊਂਟ ਦੇ ਵਿੱਚ ਡੈਬਿਟ ਬੈਲੈਂਸ ਵੀ ਹੋ ਸਕਦਾ ਹੈ ਤੇ ਕ੍ਰੈਡਿਟ ਬੈਲੈਂਸ ਵੀ ਹੋ ਸਕਦਾ ਹੈ। ਜੋ ਵੀ ਪਾਰਟਨਰਸ ਨੂੰ ਰਿਸੀਵ ਹੋਣਾ ਹੁੰਦਾ ਹੈ ਉਹਨੂੰ ਅਸੀਂ ਕ੍ਰੈਡਿਟ ਕਰਦੇ ਹਾਂ, ਜੋ ਵੀ ਪਾਰਟਨਰਸ ਨੇ ਫਰਮ ਨੂੰ ਪੇ ਕਰਨਾ ਹੁੰਦਾ ਹੈ ਉਹਨੂੰ ਅਸੀਂ ਡੈਬਿਟ ਕਰਦੇ ਹਾਂ। ਦੇਖੋ, ਜਿਵੇਂ ਡਰਾਇੰਗ ਹੈ, ਡਰਾਇੰਗ ਜਿਹੜਾ ਹੈ ਉਹ ਪਾਰਟਨਰ ਦਾ ਐਕਸਪੈਂਸ ਹੈ, ਉਹਨੂੰ ਅਸੀਂ ਡੈਬਿਟ ਸਾਈਡ ਪਾਵਾਂਗੇ। ਇੰਟਰਸਟ ਔਨ ਡਰਾਇੰਗ ਨੂੰ ਡੈਬਿਟ ਸਾਈਡ ਪਾਵਾਂਗੇ। ਅਗਰ ਸਾਨੂੰ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਕੋਈ ਲਾਸ ਹੁੰਦਾ ਹੈ ਉਹਨੂੰ ਵੀ ਅਸੀਂ ਡੈਬਿਟ ਕਰਾਂਗੇ। ਇੱਦਾਂ ਹੀ ਕ੍ਰੈਡਿਟ ਵਾਲੀ ਸਾਈਡ ਅਸੀਂ ਉਹ ਚੀਜ਼ਾਂ ਪਾਵਾਂਗੇ ਜੋ ਪਾਰਟਨਰ ਨੂੰ ਰਿਸੀਵ ਹੋਣੀਆਂ ਹੈ, ਫਰਮ ਨੇ ਪੇ ਕਰਨੀਆਂ ਹੈ। ਜਿਵੇਂ ਇੰਟਰਸਟ ਔਨ ਕੈਪੀਟਲ ਫਰਮ ਪੇ ਕਰ ਰਹੀ ਹੈ, ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਜਿਹੜਾ ਪ੍ਰੋਫਿਟ ਹੁੰਦਾ ਹੈ ਉਹ ਵੀ ਫਰਮ ਜਿਹੜੀ ਹੈ ਉਹ ਪੇ ਕਰ ਰਹੀ ਹੈ। ਕਮਿਸ਼ਨ, ਸੈਲਰੀ, ਫੀਸ, ਬੋਨਸ, ਇਹ ਸਾਰੀਆਂ ਅਮਾਊਂਟ ਜਿਹੜੀਆਂ ਹੈ ਉਹ ਪਾਰਟਨਰ ਨੂੰ ਪੇ ਕੀਤੀਆਂ ਜਾਂਦੀਆਂ ਹੈ। ਤੇ ਜਦੋਂ ਫਿਕਸਡ ਕੈਪੀਟਲ ਅਕਾਊਂਟ ਹੁੰਦੀ ਹੈ ਤਾਂ ਸਾਡੇ ਕੋਲ ਇਹ ਦੋ ਤਰ੍ਹਾਂ ਦੇ ਅਕਾਊਂਟ ਜਿਹੜੇ ਆ ਉਹ ਪ੍ਰਪੇਅਰ ਕੀਤੇ ਜਾਂਦੇ ਆ, ਕੈਪੀਟਲ ਅਕਾਊਂਟ ਤੇ ਕਰੰਟ ਅਕਾਊਂਟ। ਹੁਣ ਨੈਕਸਟ ਹੈ ਸਾਡੇ ਕੋਲ ਫਲਕਚੁਏਟਿੰਗ ਕੈਪੀਟਲ ਮੈਥਡ, ਜਿਹਦੇ ਵਿੱਚ ਸਾਡੀ ਕੈਪੀਟਲ ਜਿਹੜੀ ਹੈ ਫਲਕਚੁਏਟ ਕਰਦੀ ਰਹਿੰਦੀ ਹੈ, ਚੇਂਜ ਹੁੰਦੀ ਰਹਿੰਦੀ ਹੈ, ਜਿਹੜੀ ਸੇਮ ਹੈ ਉਹ ਕਦੀ ਨਹੀਂ ਰਹਿੰਦੀ ਹੈ ਇਹਦੇ ਵਿੱਚ। ਤੇ ਇਹਦੇ ਵਿੱਚ ਸਿਰਫ ਸਾਡੇ ਕੋਲ ਇੱਕੋ ਹੀ ਅਕਾਊਂਟ ਪ੍ਰਪੇਅਰ ਕੀਤਾ ਜਾਂਦਾ ਹੈ, ਪਾਰਟਨਰਸ ਕੈਪੀਟਲ ਅਕਾਊਂਟ, ਜਿਹਦੇ ਵਿੱਚ ਓਪਨਿੰਗ ਬੈਲੈਂਸ ਦੇ ਨਾਲ, ਬੈਲੈਂਸ ਬਰੋ ਡਾਊਨ ਦੇ ਨਾਲ ਜਿਹੜਾ ਹੈ ਉਹ ਅਕਾਊਂਟ ਨੂੰ ਸ਼ੁਰੂ ਕੀਤਾ ਜਾਂਦਾ ਹੈ। ਜਿਵੇਂ
ਇਹਦੇ ਵਿੱਚ ਅਸੀਂ ਕ੍ਰੈਡਿਟ ਸਾਈਡ ਦੇ ਵਿੱਚ ਕੈਪੀਟਲ ਪਾਈ ਸੀ, ਇਹੀ ਕੈਪੀਟਲ ਜਿਹੜੀ ਹੈ ਉਹ ਇੱਥੇ ਸ਼ੋ ਕੀਤੀ ਜਾਂਦੀ ਹੈ। ਹਰ ਇੱਕ ਕੁਐਸਚਨ ਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਤੁਸੀਂ ਫਿਕਸਡ ਕੈਪੀਟਲ ਨਾਲ ਵੀ ਅਕਾਊਂਟ ਬਣਾਉਣੇ ਆ, ਫਲਕਚੁਏਟਿੰਗ ਨਾਲ ਵੀ ਬਣਾਉਣੇ ਆ। ਅਗਰ ਤਾਂ ਕੁਐਸਚਨ ਦੇ ਵਿੱਚ ਕਿਹਾ ਗਿਆ ਹੈ ਤਾਂ ਐਵੇਂ ਕਰਨਾ ਹੈ, ਨਹੀਂ ਕਿਹਾ ਗਿਆ ਹੈ ਤਾਂ ਜੇ ਫਿਕਸਡ ਕਿਹਾ ਹੈ ਤਾਂ ਫਿਕਸ ਬਣਾਉਣਾ ਹੈ, ਜੇ ਫਲਕਚੁਏਟਿੰਗ ਕਿਹਾ ਹੈ ਤਾਂ ਫਲਕਚੁਏਟਿੰਗ ਹੀ ਪ੍ਰਪੇਅਰ ਕਰਨਾ ਹੈ। ਅਗਰ ਕੁਐਸਚਨ ਦੇ ਵਿੱਚ ਨਾ ਕਿਹਾ ਹੋਵੇ ਕੁਛ ਵੀ ਤਾਂ ਤੁਸੀਂ ਫਲਕਚੁਏਟਿੰਗ ਕੈਪੀਟਲ ਅਕਾਊਂਟ ਹੀ ਬਣਾ ਸਕਦੇ ਹੋ। ਤੇ ਫਲਕਚੁਏਟਿੰਗ ਕੈਪੀਟਲ ਅਕਾਊਂਟ ਦੇ ਵਿੱਚ ਦੇਖੋ ਬੈਲੈਂਸ ਬ੍ਰੋਕ ਡਾਊਨ ਕਰ ਲਿਆ। ਹੁਣ ਜੋ ਵੀ ਅਸੀਂ ਕਰੰਟ ਅਕਾਊਂਟ ਦੀ ਕ੍ਰੈਡਿਟ ਸਾਈਡ ਤੇ ਪਾਇਆ ਉਹ ਫਲਕਚੁਏਟਿੰਗ ਕੈਪੀਟਲ ਅਕਾਊਂਟ ਦੇ ਵਿੱਚ ਕ੍ਰੈਡਿਟ ਸਾਈਡ ਪਏਗਾ। ਜੋ ਵੀ ਅਸੀਂ ਡੈਬਿਟ ਸਾਈਡ ਪਾਉਂਦੇ ਕਰੰਟ ਅਕਾਊਂਟ ਦੇ ਉਹੀ ਚੀਜ਼ਾਂ ਜਿਹੜੀਆਂ ਹੈ ਸਾਡੀਆਂ ਉਹ ਫਲਕਚੁਏਟਿੰਗ ਅਕਾਊਂਟ ਦੇ ਡੈਬਿਟ ਸਾਈਡ ਪੈਂਦੀਆਂ ਹੈ। ਤੇ ਟੋਟਲ ਕੀਤਾ ਜਾਂਦਾ ਹੈ, ਜਿਸ ਸਾਈਡ ਦਾ ਟੋਟਲ ਘੱਟ ਹੁੰਦਾ ਹੈ ਉੱਥੇ ਬੈਲੈਂਸ ਕੈਰੀ ਡਾਊਨ ਕੀਤਾ ਜਾਂਦਾ ਹੈ। ਤੇ ਇਹ ਸਾਡੇ ਜਿਹੜੇ ਹੈ ਦੋ ਤਰ੍ਹਾਂ ਦੇ ਅਕਾਊਂਟ ਹੈ, ਕੈਪੀਟਲ ਅਕਾਊਂਟ, ਫਿਕਸਡ ਕੈਪੀਟਲ ਅਕਾਊਂਟ ਤੇ ਫਲਕਚੁਏਟਿੰਗ ਕੈਪੀਟਲ ਅਕਾਊਂਟ। ਨੈਕਸਟ ਇਹਨਾਂ ਦਾ ਡਿਫਰੈਂਸ ਹੈ। ਡਿਫਰੈਂਸ ਜਿਹੜਾ ਹੈ ਉਹ ਤੁਹਾਨੂੰ ਵੈਸੇ ਹੀ ਸਮਝ ਆ ਗਿਆ ਹੋਣਾ ਕਿ ਜਿਹੜਾ ਫਿਕਸਡ ਕੈਪੀਟਲ ਅਕਾਊਂਟ ਹੈ ਉਹਦੇ ਵਿੱਚ ਦੋ ਤਰ੍ਹਾਂ ਦੇ ਅਕਾਊਂਟ ਪ੍ਰਪੇਅਰ ਕੀਤੇ ਜਾਂਦੇ ਆ, ਕੈਪੀਟਲ ਅਕਾਊਂਟ, ਕਰੰਟ ਅਕਾਊਂਟ। ਤੇ ਫਲਕਚੁਏਟਿੰਗ ਕੈਪੀਟਲ ਅਕਾਊਂਟ ਦੇ ਵਿੱਚ ਸਿਰਫ ਇੱਕ ਹੀ ਅਕਾਊਂਟ ਪ੍ਰਪੇਅਰ ਕੀਤਾ ਜਾਂਦਾ ਹੈ ਜੋ ਕਿ ਕੈਪੀਟਲ ਅਕਾਊਂਟ ਹੈ। ਫਲਕਚੁਏਟਿੰਗ ਕੈਪੀਟਲ ਜਿਹੜਾ ਫਿਕਸਡ ਕੈਪੀਟਲ ਅਕਾਊਂਟ ਹੈ ਉਹਦੇ ਵਿੱਚ ਓਪਨਿੰਗ ਬੈਲੈਂਸ ਔਰ ਕਲੋਜ਼ਿੰਗ ਬੈਲੈਂਸ ਜਿਹੜੇ ਆ ਉਹ ਕੈਪੀਟਲ ਅਕਾਊਂਟ ਦੇ ਸੇਮ ਵੀ ਆ ਸਕਦੇ ਆ, ਯੂਜ਼ਲੀ ਰਿਮੇਨ ਸੇਮ ਹੁੰਦੇ ਆ ਅਗਰ ਐਡੀਸ਼ਨਲ ਕੈਪੀਟਲ ਜਾਂ ਵਿਡਰੋਵਲ ਕੈਪੀਟਲ ਨਹੀਂ ਹੁੰਦੀ। ਪਰ ਫਲਕਚੁਏਟਿੰਗ ਕੈਪੀਟਲ ਅਕਾਊਂਟ ਦੇ ਵਿੱਚ ਜਿਹੜੇ ਬੈਲੈਂਸ ਹੈ ਉਹ ਕੈਪੀਟਲ ਅਕਾਊਂਟ ਦੇ ਡਿਫਰ ਕਰਦੇ ਹੈ, ਓਪਨਿੰਗ ਬੈਲੈਂਸ ਔਰ ਕਲੋਜ਼ਿੰਗ ਬੈਲੈਂਸ। ਨੈਕਸਟ ਹੈ ਸਾਡੇ ਕੋਲ ਫਿਕਸਡ ਕੈਪੀਟਲ ਅਕਾਊਂਟ ਦੇ ਵਿੱਚ ਦੇਖੋ ਐਡਜਸਟਮੈਂਟਸ ਜਿਹੜੀਆਂ ਹੈ ਉਹ ਸਾਰੀਆਂ ਕਰੰਟ ਅਕਾਊਂਟ ਦੇ ਵਿੱਚ ਕੀਤੀਆਂ ਜਾਂਦੀਆਂ ਹੈ ਤੇ ਫਲਕਚੁਏਟਿੰਗ ਕੈਪੀਟਲ ਅਕਾਊਂਟ ਦੇ ਵਿੱਚ ਕਰੰਟ ਅਕਾਊਂਟ ਦੇ ਵਿੱਚ ਹੀ ਸਾਰੀਆਂ ਕੈਪੀਟਲ ਅਕਾਊਂਟ ਦੇ ਵਿੱਚ ਹੀ ਸਾਰੀਆਂ ਐਡਜਸਟਮੈਂਟ ਕੀਤੀਆਂ ਜਾਂਦੀਆਂ। ਨੈਕਸਟ ਹੈ ਕੈਪੀਟਲ ਅਕਾਊਂਟ ਇਜ਼ ਦਿਸ ਮੈਥਡ ਆਲਵੇਜ਼ ਸ਼ੋ ਕ੍ਰੈਡਿਟ ਪੋਜ਼ਿਟਿਵ ਬੈਲੈਂਸ। ਕਹਿੰਦੇ ਜਿਹੜਾ ਕ੍ਰੈਡਿਟ ਪੋਜ਼ਿਟਿਵ ਬੈਲੈਂਸ ਹੈ ਉਹਨੂੰ ਸ਼ੋ ਕਰਦਾ ਹੈ ਫਿਕਸਡ ਕੈਪੀਟਲ ਅਕਾਊਂਟ, ਬਟ ਜਿਹੜਾ ਸਾਡਾ ਫਲਕਚੁਏਟਿੰਗ ਕੈਪੀਟਲ ਅਕਾਊਂਟ ਹੈ ਉਹ ਡੈਬਿਟ ਜਾਂ ਕ੍ਰੈਡਿਟ ਕੋਈ ਵੀ ਬੈਲੈਂਸ ਸ਼ੋ ਕਰ ਸਕਦਾ ਹੈ। ਤੇ ਅੱਜ ਤੁਹਾਡਾ ਜਿਹੜਾ ਕੰਮ ਹੈ ਇਹੀ ਹੈ ਕਿ ਕੈਪੀਟਲ ਅਕਾਊਂਟ ਕੀ ਹੁੰਦਾ ਹੈ, ਕਿਹੜੇ ਕਿਹੜੇ ਇਹਦੇ ਪਰਫਾਰਮ ਹੈ ਤੇ ਡਿਫਰੈਂਸ ਬਿਟਵੀਨ ਫਿਕਸਡ ਕੈਪੀਟਲ ਅਕਾਊਂਟ ਐਂਡ ਫਲਕਚੁਏਟਿੰਗ ਕੈਪੀਟਲ ਅਕਾਊਂਟ। ਨੈਕਸਟ ਅਸੀਂ ਅਗਲੀ ਕਲਾਸ ਦੇ ਵਿੱਚ ਕਰਾਂਗੇ ਤੇ ਮੈਂ ਕੁਝ ਕੁਐਸਚਨ ਤੁਹਾਨੂੰ ਭੇਜਾਂਗੀ ਜਿਹੜੇ ਤੁਸੀਂ ਸੋਲਵ ਕਰਨੇ ਆ ਕੈਪੀਟਲ ਅਕਾਊਂਟ ਨਾਲ ਰਿਲੇਟਡ। ਥੈਂਕ ਯੂ ਸਟੂਡੈਂਟਸ।